ਜੀਵਨ ਨੂੰ ਸ਼ੁਰੂ ਹੋਏ ਨੇ। ਇਸ ਸਮੇਂ ਦੌਰਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਗੇ ਲੱਗ ਕੇ ਧੜੱਲੇ ਦੇ ਨਾਲ ਕੰਮ ਕੀਤਾ ਹੈ। ਜਿੱਥੇ ਵੀ ਮੈਨੂੰ ਸਾਡੀ ਲੋੜ ਪਈ ਪੰਥ ਨੂੰ ਅਸੀਂ ਉੱਥੇ ਅੱਗੇ ਹੋ ਕੇ ਕੰਮ ਕਰਦੇ ਰਹੇ ਹਾਂ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਉਹਨਾਂ ਦੇ ਨਾਲ ਵੀ ਕੰਮ ਕੀਤਾ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਬਣੇ, ਅਸੀਂ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹਾਂ। ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੰਮ ਨੂੰ ਵਫਾਦਾਰੀ ਨਾਲ ਕੀਤਾ ਹੈ। ਮੈਂ ਇਹ ਗੱਲ ਆਪਣੇ ਧਰਮ ਨੂੰ ਜਾਣ ਕੇ ਕਹਿ ਦਿੰਦਾ ਵੀ ਮੈਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬਰਖਲਾਫ ਕੋਈ ਸਮਝੌਤਾ ਨਹੀਂ ਕੀਤਾ। ਮੈਂ ਕਦੇ ਕਿਸੇ ਨਾਲ ਕੋਈ ਇਹ ਨਹੀਂ ਕੀਤਾ ਵੀ ਤੁਸੀਂ ਮੇਰਾ ਐਂ ਕਰੋ ਤੇ ਮੈਂ ਇੱਧਰ ਉੱਧਰ ਮੈਂ ਕਦੀ ਗੱਲ ਨਹੀਂ ਕੀਤੀ। ਹੁਣ ਵੀ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਹਲਕਾ ਭਦੌੜ ਦੇ ਨੁਮਾਇੰਦੇ ਸਨ ਸਰਦਾਰ ਸਤਨਾਮ ਸਿੰਘ ਜੀ ਰਾਹੀ, ਉਹਨਾਂ ਦੇ ਨਾਲ ਅਸੀਂ ਡਟ ਕੇ ਕੰਮ ਕੀਤਾ, ਵਰਕ ਕੀਤਾ, ਜੋ ਹੋ ਸਕਦਾ ਸੀ ਅਸੀਂ ਉਹ ਕੀਤਾ ਹੈ। ਪਰੰਤੂ ਜਿਹੜਾ ਪੰਜਾਬ ਦਾ ਹਾਲਾਤ ਬਣੇ ਹੋਏ ਨੇ ਇਸ ਵੇਲੇ ਸ਼੍ਰੋਮਣੀ ਅਕਾਲੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਤੇ ਜਿੰਨੇ ਵੀ ਤੁਹਾਡੇ ਸੰਚਾਰ ਸਾਧਨ ਦੇ ਰਾਹੀਂ ਇਹ ਸਾਡੀ ਗੱਲਬਾਤ ਨੂੰ ਦੇਖਣਗੇ ਉਹਨਾਂ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੀ ਜਾਣ ਪਛਾਣ ਕਰਾਉਣਾ ਤੁਹਾਨੂੰ। ਮੇਰਾ ਨਾਮ ਜਥੇਦਾਰ ਬਲਦੇਵ ਸਿੰਘ ਚੁੰਗਾ ਹੈ। ਮੈਂ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਮੈਂਬਰ ਹਾਂ। ਵੈਸੇ ਮੈਂ ਆਪਣੇ ਪਿੰਡ ਦਾ 2 ਵਾਰ ਲਗਾਤਾਰ ਸਰਪੰਚ ਰਿਹਾ, ਤੀਜੀ ਵਾਰ ਮੈਂ ਬਲਾਕ ਸਮਿਤੀ ਦਾ ਮੈਂਬਰ ਰਿਹਾ, ਦੂਸਰੀ ਟਰਮ ਮੇਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ। ਇਸ ਪੀਰੀਅਡ ਦੌਰਾਨ ਮੈਂ ਮਾਰਕੀਟ ਕਮੇਟੀ ਦਾ ਭਦੌੜ ਦਾ ਚੇਅਰਮੈਨ ਵੀ ਰਿਹਾ। ਪਿਛਲੇ ਸਾਲ ਮੈਂ ਬੀਬੀ ਜਗੀਰ ਕੌਰ ਦੇ ਨਾਲ ਅੰਤਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਮੈਂ ਜਨਰਲ ਕੌਂਸਲ ਦਾ ਮੈਂਬਰ ਵੀ ਪਿਛਲੇ ਸਮੇਂ ਦੌਰਾਨ ਰਿਹਾ। ਅੱਜ ਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਮੇਰਾ ਇੱਥੇ ਕਸ਼ਟ ਦੇਣ ਦਾ ਜਿਹੜਾ ਹੈ ਮਕਸਦ ਹੈ ਉਹ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ ਨੇ। ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੂੰ, ਉਹਨਾਂ ਦੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ। ਮੈਂ ਆਪਣੀ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਤੇ ਉਹਨਾਂ ਦੀ ਸਮੁੱਚੀ ਪਾਰਟੀ ਨੂੰ ਮੁਬਾਰਕਬਾਦ ਦਿੰਦਾ ਤੇ ਮੈਂ ਕਾਮਨਾ ਵੀ ਕਰਦਾ ਕਿ ਜੋ ਗੱਲਾਂ ਕਰਕੇ ਉਹ ਸੱਤਾ ਦੇ ਵਿੱਚ ਆਏ ਨੇ, ਜੋ ਲੋਕਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਨੇ, ਉਹਨਾਂ ਨੂੰ ਉਹ ਪੂਰਾ ਕਰਨਗੇ। ਔਰ ਸਾਨੂੰ ਇਹਦੇ ਲਈ ਸਾਲ 6 ਮਹੀਨੇ ਲੋਕਾਂ ਨੂੰ ਉਡੀਕਣਾ ਵੀ ਚਾਹੀਦਾ ਕਿ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਉਹ ਪਰਫਾਰਮ ਕਰਨਗੇ, ਕਿਹੋ ਜਿਹਾ ਉਹ ਕੰਮ ਕਰਨਗੇ। ਦੂਸਰਾ, ਮੈਂ 30 ਸਾਲ ਤੋਂ ਤਕਰੀਬਨ 30 ਸਾਲ ਹੋ ਗਏ ਮੈਨੂੰ ਮੇਰੇ ਰਾਜਨੀਤਿਕ ਜੀਵਨ ਨੂੰ ਸ਼ੁਰੂ ਹੋਏ ਨੂੰ। ਇਸ ਸਮੇਂ ਦੌਰਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਗੇ ਲੱਗ ਕੇ ਧੜੱਲੇ ਦੇ ਨਾਲ ਕੰਮ ਕੀਤਾ ਹੈ। ਜਿੱਥੇ ਵੀ ਮੈਨੂੰ ਸਾਡੀ ਲੋੜ ਪਈ ਪੰਥ ਨੂੰ ਅਸੀਂ ਉੱਥੇ ਅੱਗੇ ਹੋ ਕੇ ਕੰਮ ਕਰਦੇ ਰਹੇ ਹਾਂ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਉਹਨਾਂ ਦੇ ਨਾਲ ਵੀ ਕੰਮ ਕੀਤਾ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਬਣੇ, ਅਸੀਂ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹਾਂ। ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੰਮ ਨੂੰ ਵਫਾਦਾਰੀ ਨਾਲ ਕੀਤਾ ਹੈ। ਮੈਂ ਇਹ ਗੱਲ ਆਪਣੇ ਧਰਮ ਨੂੰ ਜਾਣ ਕੇ ਕਹਿ ਦਿੰਦਾ ਵੀ ਮੈਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬਰਖਲਾਫ ਕੋਈ ਸਮਝੌਤਾ ਨਹੀਂ ਕੀਤਾ। ਮੈਂ ਕਦੇ ਕਿਸੇ ਨਾਲ ਕੋਈ ਇਹ ਨਹੀਂ ਕੀਤਾ ਵੀ ਤੁਸੀਂ ਮੇਰਾ ਐਂ ਕਰੋ ਤੇ ਮੈਂ ਇੱਧਰ ਉੱਧਰ ਮੈਂ ਕਦੀ ਗੱਲ ਨਹੀਂ ਕੀਤੀ। ਹੁਣ ਵੀ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਹਲਕਾ ਭਦੌੜ ਦੇ ਨੁਮਾਇੰਦੇ ਸਨ ਸਰਦਾਰ ਸਤਨਾਮ ਸਿੰਘ ਜੀ ਰਾਹੀ, ਉਹਨਾਂ ਦੇ ਨਾਲ ਅਸੀਂ ਡਟ ਕੇ ਕੰਮ ਕੀਤਾ, ਵਰਕ ਕੀਤਾ, ਜੋ ਹੋ ਸਕਦਾ ਸੀ ਅਸੀਂ ਉਹ ਕੀਤਾ ਹੈ। ਪਰੰਤੂ ਜਿਹੜਾ ਪੰਜਾਬ ਦਾ ਹਾਲਾਤ ਬਣੇ ਹੋਏ ਨੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ, ਵਾਹਿਗੁਰੂ, ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹ ਇਹ ਨੇ ਕਿ ਜਦ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਕਮਾਂਡ ਸੰਭਾਲੀ ਹੈ, ਉਹਦੀ ਮੈਂ ਸ਼ੁਰੂਆਤ ਦੀ ਤੁਹਾਡੇ ਨਾਲ ਥੋੜੀ ਗੱਲ ਸਾਂਝੀ ਕਰਨੀ ਚਾਹੁੰਦਾ। ਇਹਨਾਂ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲਾਉਣਾ ਸੀ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਰੂਪ ਸਿੰਘ ਸੈਕਟਰੀ ਸਨ। ਇਹ ਇੱਕ ਨਿਰਣਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਨ ਹੈ ਵੀ ਜਿਹੜਾ ਇਹਦਾ ਪ੍ਰਧਾਨ ਹੁੰਦਾ ਹੈ ਉਹਦਾ ਖੁੱਲ੍ਹਾ ਦਾੜਾ, ਜਿਸ ਤਰ੍ਹਾਂ ਮੇਰੇ ਦਾੜਾ ਪ੍ਰਕਾਸ਼ ਹੈ, ਉਹ ਦਾੜਾ ਪ੍ਰਕਾਸ਼ ਕਰਦਾ ਹੈ, ਉਹ ਨੀਲੀ ਪੀਲੀ ਕਾਲੀ ਪਗੜੀ ਬੰਨ੍ਹਦਾ ਹੈ। ਜਿਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਮਰਹੂਮ ਸਿੰਘ ਸਾਹਿਬ
ਗਿਆਨੀ ਮੱਲ ਸਿੰਘ ਜੀ ਉਸ ਵੇਲੇ ਉੱਥੋਂ ਦੇ ਤਖਤ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਉਹ ਜਥੇਦਾਰ ਸਨ। ਤਾਂ ਮੈਨੂੰ ਪਤਾ ਇਸ ਗੱਲ ਦਾ, ਅੱਜ ਬੇਸ਼ੱਕ ਕੋਈ ਸੱਜਣੀ ਗੱਲ ਨੂੰ ਕਹਿ ਦੇ ਵੀ ਜਥੇਦਾਰ ਮੇਰੇ ਬਾਰੇ ਕਹਿ ਦੇਵੇ ਵੀ ਇਹ ਵੈਸੀ ਗੱਲ ਕਰ ਰਿਹਾ ਹੈ ਇਹ, ਤੇ ਪਰ ਉਸ ਵੇਲੇ ਸਾਡੇ ਲਈ ਸਮੱਸਿਆ ਬਣੀ ਪਈ ਸੀ ਵੀ ਪ੍ਰਧਾਨ ਦਾ ਦਾੜਾ ਕਿਵੇਂ ਖੁਲਾਇਆ ਜਾਵੇ। ਇਹ ਕਹਿੰਦਾ ਸੀ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਵੀ ਮੈਂ ਦਾੜਾ ਨਹੀਂ ਖੋਲ੍ਹਣਾ, ਮੈਂ ਦਾੜਾ ਪ੍ਰਕਾਸ਼ ਕਰਕੇ ਨਹੀਂ ਜਾਣਾ। ਔਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਹਾਲਾਤ ਦੇਖਦੇ ਹੀ ਰਹੇ ਹੋ ਵੀ ਕਿੱਥੇ ਉਹ ਪੰਥ ਸੀ ਵੀ ਉਹਦੇ ਸਾਡੀ ਦਿੱਖ ਸੀ ਇੱਕ ਅਕਾਲੀ ਦਲ ਦੀ ਵੀ ਉਹਦੇ ਨੀਲੀ ਪਗੜੀ ਬੰਨੀ ਆ, ਗਲ ਦੇ ਵਿੱਚ ਸਰੋਪਾ ਪਾਇਆ, ਸ਼੍ਰੀ ਸਾਹਿਬ ਉੱਪਰ ਦੀ ਪਾਈ ਹੈ, ਹੱਥ ਦੇ ਵਿੱਚ ਵੱਡੀ ਕਿਰਪਾਨ ਫੜੀ ਹੈ। ਇਹ ਸਾਡੀ ਅਕਾਲੀ ਹੋਣ ਦੀ ਦਿੱਖ ਸੀ। ਲੋਕ ਅੰਦਾਜ਼ਾ ਲਾ ਲੈਂਦੇ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਜਾਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਆ ਰਿਹਾ। ਇਹਨਾਂ ਨੇ ਜੀ ਉਸ ਗੱਲ ਨੂੰ ਸਾਰਿਆਂ ਨੂੰ ਤਜਾਂਦਰੀ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਗੱਲ ਨੂੰ ਪਰੇ ਕਰਕੇ ਆਪਣੇ ਤੌਰ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਸਾਰੇ ਨਿਯਮ ਸੀ ਉਹਨਾਂ ਨੂੰ ਤਿਆਗ ਕੇ ਪੰਜਾਬੀ ਪਾਰਟੀ ਦੇ ਵਿੱਚ ਮੋਗੇ ਦੀ ਜਿਹੜੀ ਵੱਡੀ ਰੈਲੀ ਕੀਤੀ ਸੀ ਉਹਦੇ ਵਿੱਚ ਉਹਨੂੰ ਤਬਦੀਲ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀਆਂ ਜਦੋਂ ਵੀ ਕਿਤੇ ਕੋਈ ਸਟੇਜਾਂ ਲੱਗਦੀਆਂ ਸੀ, ਅਸੀਂ ਵੋਟਾਂ ਵਾਸਤੇ ਸਟੇਜਾਂ ਲਾਉਂਦੇ ਜਾਂ ਅਸੀਂ ਕੋਈ ਸਮਾਗਮ ਕਰਦੇ ਤਾਂ ਸਾਡਾ ਇਹ ਸੀ ਵੀ ਉੱਥੇ ਢਾਡੀ ਆਉਂਦੇ ਸੀ, ਢਾਡੀ ਗਾਉਂਦੇ ਸੀ, ਢਾਡੀ ਵਾਰਾਂ ਸੁਣਾਉਂਦੇ ਸੀ, ਲੋਕ ਉਹਨਾਂ ਨੂੰ ਸੁਣਦੇ ਸੀ, ਉਹ ਪੰਥ ਦੀ ਗੱਲ ਕਰਦੇ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਸੀ। ਪਰ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਵਾਂਗ ਡੋਰ ਆਈ ਫਿਰ ਅਕਾਲੀ ਦਲ ਦਾ ਖਾਸਾ ਬਦਲਣਾ ਸ਼ੁਰੂ ਹੋ ਗਿਆ। ਸਾਡੀਆਂ ਸਟੇਜਾਂ ਦੇ ਉੱਤੇ ਗਾਉਣ ਵਾਲੇ ਆ ਗਏ, ਨਚਾਰ ਆਉਣੇ ਸ਼ੁਰੂ ਹੋ ਗਏ, ਨਕਲੀਏ ਭੰਡ ਇਹ ਆਉਣੇ ਸ਼ੁਰੂ ਹੋ ਗਏ। ਤੇ ਜੇ ਅਸੀਂ ਕਿਤੇ ਗੱਲ ਕਰਦੇ ਸੀ ਸਾਨੂੰ ਇਹ ਗੱਲ ਕਹਿੰਦੇ ਸੀ ਵੀ ਲੋਕਾਂ ਦਾ ਜਿਹੜਾ ਟੇਸਟ ਆ ਉਹ ਬਦਲ ਗਿਆ। ਅਸਲ ਦੇ ਵਿੱਚ ਲੋਕਾਂ ਦਾ ਟੇਸਟ ਨਹੀਂ ਸੀ ਬਦਲਿਆ, ਇਹ ਲੋਕਾਂ ਨੂੰ ਭਰਮਾ ਕੇ ਲੋਕਾਂ ਤੋਂ ਵੋਟਾਂ ਬਟੋਰਦੇ ਸੀ, ਪੰਥ ਦੇ ਨਾਂ ਦੇ ਉੱਤੇ ਵੋਟਾਂ ਬਟੋਰਦੇ ਸੀ। ਇਸ ਕਰਕੇ ਇਹਨਾਂ ਨੇ ਸਾਰਾ ਕੁਝ ਅਪਣਾਇਆ। ਸ਼੍ਰੋਮਣੀ ਅਕਾਲੀ ਦਲ ਜਿਸ ਪਾਰਟੀ ਨੂੰ ਬਣਾਉਣ ਵਾਸਤੇ ਸਾਡੇ ਯੋਧਿਆਂ ਨੇ, ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਸੀ ਉਹ ਤਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ, ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧਕ ਲੈਣ ਵਾਸਤੇ ਜਿਹੜੀ ਇਹਦੀ ਸ਼ੁਰੂਆਤ ਹੋਈ ਸੀ। ਇਹਦੀ ਸ਼ੁਰੂਆਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਈਸਰ ਸਿੰਘ ਜੀ ਮਝੈਲ, ਲਛਮਣ ਸਿੰਘ ਜੀ ਧਾਰੋਵਾਲ ਵਰਗਿਆਂ ਨੇ 1921 ਦੇ ਵਿੱਚ ਜਿਹੜਾ ਸੀ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ, ਜਿੱਥੇ 200-250 ਸਿੰਘ ਗਿਆ ਜਿਹੜਾ ਸਾਰੇ ਸ਼ਹੀਦ ਕਰ ਦਿੱਤਾ ਸੀ। ਮਹੰਤ ਨਾਰਾਇਣ ਸਿੰਘ ਨੇ ਗੰਗਸਰ ਜੈਤੋ ਦਾ ਮੋਰਚਾ ਸੀ ਜਿਹੜਾ ਆਪਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਨੇ ਉੱਥੋਂ ਦਾ ਮੋਰਚਾ ਸੀ ਜਿਹੜਾ, ਇਹ ਸਾਰੇ ਮੋਰਚਿਆਂ ਦੇ ਵਿੱਚ ਬੜੇ ਬੇਅੰਤ ਸਿੰਘ ਸ਼ਹੀਦ ਹੋਏ, 400-500 ਸ਼ਹੀਦੀਆਂ ਹੋਈਆਂ। ਬੜੇ ਲੋਕ ਸੀ ਜਿਹੜੇ ਆਪਣੀ ਜਾਇਦਾਦਾਂ ਤੋਂ ਬੇਦਖਲ ਹੋਏ, ਬੜਿਆਂ ਨੇ ਜੇਲ੍ਹਾਂ ਕੱਟੀਆਂ, ਬੜਿਆਂ ਨੇ ਬੀਟੀ ਵਰਗੇ ਜ਼ਾਲਮ ਅਫਸਰਾਂ ਦੀ ਕੁੱਟ ਖਾਧੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆ ਗਈ। ਉਸ ਤੋਂ ਬਾਅਦ ਸਾਡੇ ਪੰਥਕ ਲੀਡਰਾਂ ਨੇ ਸੋਚਿਆ ਵੀ ਇੱਕ ਸਾਨੂੰ ਸਿਆਸੀ ਪਾਰਟੀ ਦੀ ਵੀ ਲੋੜ ਹੈ। ਉਹਨਾਂ ਦਾ ਉਹ ਕੁਰਬਾਨੀਆਂ ਨੂੰ ਦੇਖਦੇ ਹੋਏ ਇੱਕ ਸਿਆਸੀ ਪਾਰਟੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਅਦ ਦੇ ਵਿੱਚ ਆਇਆ, ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਆ, ਜਿਹਦਾ ਪਿਛਲੇ ਸਾਲ ਦੇ ਵਿੱਚ ਅਸੀਂ 100 ਸਾਲਾ ਸ਼੍ਰੋਮਣੀ ਅਕਾਲੀ ਦਲ ਮਨਾ ਕੇ ਵੀ ਹਟਿਆ ਸ਼੍ਰੋਮਣੀ ਅਕਾਲੀ ਦਲ ਦਾ। ਸੋ ਜਿਹੜੀ ਪਾਰਟੀ ਇੰਨੀਆਂ ਕੁਰਬਾਨੀਆਂ ਦੇ ਨਾਲ ਬਣੀ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਧਨੰਤਰ ਕਹਿੰਦੇ ਨੇ, ਬਾਬਾ ਬੋੜ ਕਹਿੰਦੇ ਨੇ, ਉਹਨਾਂ ਨੇ ਆਪਣੇ ਪੁੱਤਰ ਮੋਹ ਦੇ ਵਿੱਚ ਫਸ ਕੇ ਆਪਣੇ ਪੁੱਤਰ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਦੀ ਬਾਂਗ ਡੋਰ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਰਗੇ ਤੇ ਬ੍ਰਹਮਪੁਰਾ ਸਾਹਿਬ ਵਰਗੇ, ਉਹਨਾਂ ਨੂੰ ਦਰਕਨਾਰ ਕਰਕੇ ਇਹਨਾਂ ਨੇ ਉਹਨਾਂ ਨੂੰ ਬਾਂਗ ਡੋਰ ਸੀ ਜਿਹੜੀ ਪਾਰਟੀ ਦੀ ਸਮਾ ਦਿੱਤੀ। ਉਹ ਰੌਲਾ ਵੀ ਪਾਉਂਦੇ ਰਹੇ। ਉਹਦਾ ਇਹ ਨਿਕਲਿਆ ਵੀ ਉਹਨਾਂ ਨੂੰ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜੇ ਕਦੇ ਗੁਰਚਰਨ ਸਿੰਘ ਟੌੜਾ ਨੇ ਕਿਹਾ ਵੀ ਤੁਸੀਂ ਪਾਰਟੀ ਪ੍ਰਧਾਨ ਦਾ ਜਿਹੜਾ ਹੈ ਉਹ ਜ਼ਾਬਤੇ ਤੋਂ ਬਾਹਰ ਹੁੰਦਾ, ਜਿਹੜਾ ਮੁੱਖ ਮੰਤਰੀ ਉਹਦੇ ਤੇ ਜ਼ਾਬਤਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨਗੀ ਬਾਦਲ ਸਾਹਿਬ ਕਿਸੇ ਨੂੰ ਹੋਰ ਦੇ ਦਿਓ। ਫਿਰ ਜੋ ਟੌੜਾ ਸਾਹਿਬ ਦਾ ਹਸਦ ਹੋਇਆ ਕੋਈ ਮੈਨੂੰ ਦੱਸਣ ਦੀ ਲੋੜ ਨਹੀਂ, ਤੇ ਉਹ ਤੁਸੀਂ ਸਾਰੇ ਸੱਜਣ ਜਾਣਦੇ ਹੋ। ਤੇ ਜਿਹੜੇ ਹੁਣ ਇਸ ਵੇਲੇ ਹਾਲਾਤ ਬਣੇ ਹੋਏ ਨੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਸੀ, ਉਸ ਪਾਰਟੀ ਦਾ ਜੇ ਹਾਲ ਹੋ ਗਿਆ ਵੀ ਸਾਡੇ ਕੋਲੇ ਜਿਹੜੇ 3 ਵਿਧਾਇਕ ਜਿੱਤੇ ਨੇ ਉਹਨਾਂ ਦੀ ਆਪਣੀ ਕਾਰਗੁਜ਼ਾਰੀ ਕਹਿ ਲਈਏ ਜਾਂ ਉਹਨਾਂ ਦੇ ਕਰਮਾਂ 'ਚ ਵਾਹਿਗੁਰੂ ਨੇ ਮਾਨ ਲਿਖਿਆ ਸੀ, ਉਹ ਸਾਡੇ ਜਿਹੜੇ 3 ਵਿਧਾਇਕ ਇਸ ਵੇਲੇ ਜਿੱਤੇ ਨੇ। ਪਾਰਟੀ ਇਸ ਵੇਲੇ ਉਹਦਾ ਪਿੱਛੇ ਜਾਣ ਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਕਮਜ਼ੋਰ ਹੋਇਆ, ਨਾ ਕਦੇ ਕਮਜ਼ੋਰ ਹੋਵੇਗਾ, ਪਰ ਜਿਹੜੇ ਇਹਨੂੰ ਚਲਾਉਣ ਵਾਲੇ ਸੀ ਉਹਨਾਂ ਦੀਆਂ ਨੀਤੀਆਂ ਸਿਰਫ ਇੱਕੋ ਹੀ ਰਹਿ ਗਈਆਂ ਵੀ ਪੰਜਾਬ ਦੀ ਸੱਤਾ ਹਾਸਲ ਕਿਵੇਂ ਕਰਨੀ ਹੈ। ਜਿਸ ਬਣਾ ਦੇ ਉੱਤੇ ਪਾਰਟੀ ਦੀ ਸਥਾਪਨਾ ਹੋਈ ਸੀ ਸ਼ਹੀਦੀਆਂ ਦੇ ਉੱਤੇ, ਉਹ ਸ਼ਹੀਦੀਆਂ ਅਸੀਂ ਸਾਰੀਆਂ ਛੱਡ ਦਿੱਤੀਆਂ। ਜੇ ਅਸੀਂ ਕਦੇ ਕੋਈ ਸ਼ਤਾਬਦੀ ਦੀ ਗੱਲ ਕਰਦੇ ਹਾਂ ਤਾਂ ਮੈਂ ਦੇਖਦਾ ਹੁੰਦਾ ਵੀ ਉਹ ਸ਼ਿਸ਼ਟਾਚਾਰੀ ਹੁੰਦੀ ਹੈ। ਸਾਡੇ ਇਕੱਠਾਂ ਦੇ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂ ਨੋਟ ਕਰਦਾ ਹੁੰਦਾ ਵੀ ਸਾਡੇ ਮੁਲਾਜ਼ਮ ਬੈਠੇ ਨੇ। ਮੁਲਾਜ਼ਮ ਤਾਂ ਮੁਲਾਜ਼ਮ ਹੁੰਦਾ, ਉਹ ਜਿਹਨੂੰ ਜਿਹੜਾ ਕੋਈ ਉਹਨੂੰ ਬੁਲਾਉਂਦਾ ਉਹਨੇ ਉੱਥੇ ਆ ਜਾਣਾ ਹੁੰਦਾ। ਸੋ ਜਿਹੜੇ ਇਸ ਵੇਲੇ ਹਾਲਾਤ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਹੁਤ ਰੱਦੀ ਕਾਰਗੁਜ਼ਾਰੀ ਨੇ
ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਦੇ ਮੂੰਹ ਸੜ ਦਿੱਤਾ ਹੈ, ਉੱਥੇ ਉਸ ਤੋਂ ਵੀ ਅੱਤ ਅਫਸੋਸਨਾਕ ਜਿਹੜੀ ਗੱਲ ਇਸ ਪੀੜ ਦੌਰਾਨ ਹੋਈ ਉਹ ਇਹ ਹੋਈ ਕਿ ਸਾਡੇ ਬਹੁਤ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਤਾਂ ਹਿੰਦੁਸਤਾਨ ਲਈ ਜਾਂ ਸਟੇਟ ਦੇ ਲਈ ਜਾਂ ਪੰਜਾਬ ਦੇ ਲਈ ਬਹੁਤ ਘਾਟੇ ਵਾਲੀ ਗੱਲ ਹੈ। ਉਹਨਾਂ ਦੀ ਇਸ ਸਟੇਟਮੈਂਟ ਦੇ ਉੱਤੇ ਸਿੱਖ ਜਗਤ ਦੇ ਵਿੱਚ ਵੱਖਰੇ ਵੱਖਰੇ ਪ੍ਰਤੀਕਰਮ ਆਏ, ਕਿਉਂਕਿ ਉਹਨਾਂ ਦਾ ਮਕਸਦ ਇੱਕੋ ਸੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਬਚਾਉਣਾ। ਜੋ ਇਹ ਗੱਲ ਕਰਦੇ ਵੀ ਸਮੁੱਚਾ ਅਕਾਲੀ ਦਲ ਨੂੰ ਕਿਵੇਂ ਬਚਾਉਣਾ, ਪੰਜਾਬ ਨੂੰ ਕਿਵੇਂ ਬਚਾਉਣਾ, ਸਿੱਖੀ ਦੀ ਗੱਲ ਕੀ ਕਰਨੀ ਆ, ਫਿਰ ਸ਼ਾਇਦ ਲੋਕ ਉਹਦਾ ਜ਼ਿਆਦਾ ਪ੍ਰਤੀਕਰਮ ਨਾ ਕਰਦੇ। ਉਹਨਾਂ ਦੀ ਜਿਹੜੀ ਸਟੇਟਮੈਂਟ ਉਹ ਤੋਂ ਜ਼ਾਹਰ ਹੋ ਰਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਇਹ ਉਹਨਾਂ ਬਾਦਲ ਪਰਿਵਾਰ ਨੂੰ ਜਿਹੜੀ ਆਪਦੀ ਹੈ ਜਿਹੜੀ ਪ੍ਰੋਟੈਕਸ਼ਨ ਦੇ ਰਹੇ ਨੇ। ਉਹਦੇ ਵਾਸਤੇ ਵੀ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੰਘ ਸਾਹਿਬ ਬਹੁਤ ਵੱਡੇ ਰੁਤਬੇ ਤੇ ਬੈਠੇ ਆ। ਮੈਂ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਇਆ ਹੋਇਆ ਸਿੱਖ ਹਾਂ। ਮੈਂ ਸਿੰਘ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਤੇ ਕਰਦਾ ਵੀ ਰਹਾਂਗਾ। ਮਤਭੇਦ ਹੋਣੇ, ਕਿਸੇ ਗੱਲ ਦੇ ਨਾਲ ਨਾ ਸਹਿਮਤ ਹੋਣਾ, ਇਹ ਵੱਖਰਾ ਵਿਸ਼ਾ ਹੈ। ਸਿੰਘ ਸਾਹਿਬ ਜਦੋਂ ਇਹ ਲੱਗੇ ਸੀ, ਅਸੀਂ ਸੋਚਦੇ ਸੀ ਵੀ ਪੜ੍ਹੇ ਲਿਖੇ ਨੇ, ਗਿਆਨੀ ਗੁਰਬਚਨ ਸਿੰਘ ਦਾ ਪੀਰੀਅਡ ਵੀ ਕੋਈ ਬਾਹਲਾ ਵਧੀਆ ਨਹੀਂ ਸੀ ਰਿਹਾ, ਸਰਸੇ ਵਾਲਾ ਪੀਰੀਅਡ ਵੀ ਉਹਨਾਂ ਦੀ ਹਾਜ਼ਰੀ 'ਚ ਲੱਗਿਆ ਹੋਇਆ ਸੀ, ਜਿਹੜਾ ਬਹੁਤ ਵੱਡਾ ਦੁਖਾਂਤ ਪਾਰਟੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋ ਨਿਬੜਿਆ ਸੀ। ਇਹਨਾਂ ਨੂੰ ਇਹ ਸੋਚ ਸੀ ਵੀ ਮੈਂ ਅਕਾਲੀ ਫੂਲਾ ਸਿੰਘ ਵਾਲੇ ਕੰਮ ਕਰਾਂਗਾ। ਤਾਂ ਜਦੋਂ ਮੈਂ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਲਾਹੌਰ ਤੋਂ ਦਰਬਾਰ ਸਾਹਿਬ ਆਏ, ਉਹਨਾਂ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਕੱਪੜਾ ਵਿਛਾ ਦਿੱਤਾ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਬੈਠਣ ਵਾਸਤੇ। ਅਕਾਲੀ ਫੂਲਾ ਸਿੰਘ ਜੀ ਉੱਥੇ ਸੀ, ਉਹਨਾਂ ਨੇ ਕੱਪੜਾ ਉਹਨਾਂ ਦੇ ਥੱਲੋਂ ਖਿੱਚ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ। ਉਹ ਕਹਿੰਦੇ ਜਿੱਥੇ ਲੋਕ ਬੈਠਦੇ ਉੱਥੇ ਤੂੰ ਬੈਠੇਗਾ। ਕਹਿੰਦੇ ਕੁਝ ਸਮੇਂ ਬਾਅਦ ਅਕਾਲੀ ਫੂਲਾ ਸਿੰਘ ਨੂੰ ਲਾਹੌਰ ਦਰਬਾਰ ਦੇ ਵਿੱਚ ਕੋਈ ਆਪਣੇ ਕੰਮ ਕਰਨ ਵਾਸਤੇ ਜਾਣਾ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਬਹੁਤ ਇੱਜ਼ਤ ਕਰਦੇ ਸੀ, ਉਹ ਰਾਜੇ ਅੱਜ ਦੇ ਰਾਜਿਆਂ ਵਰਗੇ ਨਹੀਂ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਅਕਾਲੀ ਜੀ ਉਸ ਦਿਨ ਮੇਰੇ ਨਾਲ ਤੁਸੀਂ ਕੀ ਕੀਤੀ ਸੀ। ਤੇ ਅੱਜ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਜੇ ਤੂੰ ਦਰਬਾਰ ਸਾਹਿਬ ਆ ਕੇ ਰਣਜੀਤ ਸਿੰਘ ਉਹ ਕੁਛ ਕਰੇਗਾ ਮੈਂ ਫਿਰ ਦਿਨ ਇਹੀ ਕੁਛ ਕਰੂੰਗਾ, ਅੱਜ ਮੈਂ ਤੇਰੀ ਕਚਹਿਰੀਆਂ ਤੂੰ ਜੋ ਮਰਜ਼ੀ ਕਰ ਲੈ। ਉਹਨਾਂ ਨੇ ਕੀ ਕਰਨਾ ਸੀ, ਬਹੁਤ ਸਤਿਕਾਰ ਕਰਦੇ ਸੀ। ਉਹਨਾਂ ਨੂੰ ਲੋੜ ਪਈ ਉਹਨਾਂ ਨੇ ਆ ਕੇ ਕੋੜੇ ਵੀ ਖਾਧੇ। ਪਰ ਸਾਡੇ ਪਾਰਟੀ ਪ੍ਰਧਾਨ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬੇਅਦਬੀ ਹੋ ਗਈ, ਮਹਾਰਾਜ ਦੇ ਅੰਗ ਖਿਲਾਰ ਦਿੱਤੇ ਪਾੜ ਕੇ, ਸਾਡੇ ਪਾਰਟੀ ਪ੍ਰਧਾਨ ਨੇ ਉਹਦੀ ਮਾਫੀ ਮੰਗਣ ਵਾਸਤੇ ਜਲਾਉ ਕੀਤਾ ਵੀ ਸਾਰਿਆਂ ਨੂੰ ਉੱਥੇ ਲੈ ਕੇ ਇਕੱਠੇ ਕਰਕੇ ਵੜ ਗਿਆ ਵੀ ਅਸੀਂ ਆਪੇ ਹੀ ਮਾਫੀ ਮੰਗ ਲਈ। ਕਿਸੇ ਤੋਂ ਕੋਈ ਅਕਾਲ ਤਖਤ ਦੀ ਕੋਈ ਲੋੜ ਨਹੀਂ ਹੈ ਪੁੱਛਣ ਦੀ, ਕੋਈ ਪੇਸ਼ ਨਹੀਂ ਹੋਇਆ, ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਨੋਟਿਸ ਲਿਆ, ਆਪੇ ਜਾ ਕੇ ਜੁੱਤੀਆਂ ਝਾੜਦੇ ਰਹੇ। ਤੁਹਾਡੇ ਮੀਡੀਆ ਦੇ ਵਿੱਚ ਇਹ ਵੀ ਆਉਂਦਾ ਰਿਹਾ ਵੀ ਉਹਨਾਂ ਨੇ ਜਿਹੜੇ ਸੀ ਕਿਸੇ ਦੇ ਵਾਈਟ ਬੂਟਾਂ ਦੇ ਉੱਤੇ ਵੀ ਪਾਲਸ ਕਰ ਦਿੱਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ। ਇਹੋ ਜਿਹੀਆਂ ਗੱਲਾਂ ਵੀ ਨੋਟ ਹੁੰਦੀਆਂ ਰਹੀਆਂ। ਉਹ ਜਿਹੜੀਆਂ ਜਾਲੀ ਮਾਫੀਆਂ ਮੰਗੀਆਂ ਸੀ, ਫਿਰ ਦੇਖੋ ਕੈਸਾ ਹੋ ਜਾਂਦਾ ਬੰਦੇ ਦਾ ਕਰਮ। ਸੱਚ ਮਨੁੱਖ ਦੇ ਮੂੰਹੋਂ ਮਹਾਰਾਜ ਕਹਿੰਦੇ ਨੇ ਜੋ ਜੀ ਹੋਏ ਸੋ ਗਵੈ ਮੂੰਹ ਕਾ ਕਿਹਾ ਬਾਓ। ਮਾਰੇ ਕਹਿੰਦੇ ਬੰਦਾ ਝੂਠ ਬੋਲਣ ਲੱਗਦਾ ਪਰ ਸੱਚੀ ਗੱਲ ਨਿਕਲ ਜਾਂਦੀ ਉਹਦੇ ਮੂੰਹ ਚੋਂ। ਆਪਾਂ ਆਪਣੀ ਜ਼ਿੰਦਗੀ ਦੈਨਿਕ ਜੀਵਨ ਦੇ ਵਿੱਚ ਵੀ ਦੇਖਦੇ ਹਾਂ। ਇਹਨਾਂ ਨੇ ਸਾਡੇ ਬਹੁਤ ਮਾਨਯੋਗ ਮੇਰੇ ਭੈਣਾਂ ਸਮਾਨ ਬੀਬਾ ਹਰਸਿਮਰਤ ਕੌਰ ਜੀ ਬਾਦਲ, ਉਹ ਦੇਖੋ ਕਿਵੇਂ ਲੋਕ ਨਾਮ ਖਿਲਾਉਣਾ ਜਾਣਾ ਵੀ ਪਰਮੇਸ਼ਰ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਖਿਲਾਉਣਾ ਜਾਣਦੇ ਨੇ। ਉੱਥੇ ਖੜ ਕੇ ਕਹਿੰਦੇ ਨੇ ਪ੍ਰਕਾਰਾਂ ਦੇ ਵਿੱਚ ਜਿਹਨੇ ਬੇਅਦਬੀ ਕਰਾਈ, ਜਿਹਨੇ ਬੇਅਦਬੀ ਤੇ ਰਾਜਨੀਤੀ ਕੀਤੀ ਉਹਨਾਂ ਦਾ ਕੱਖ ਨਾ ਰਹੇ। ਤੇ ਗੁਰੂ ਰਾਮਦਾਸ ਮਹਾਰਾਜ ਹਰ ਸਮੇਂ ਸਿੱਖ ਦੀ ਅਰਦਾਸ ਸੁਣਦੇ ਆ, ਉਹਨਾਂ ਦੀ ਉਹ ਅਰਦਾਸ ਸੁਣੀ ਤੇ ਇਸ ਵੇਲੇ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੂੰ ਕੱਖ ਨਹੀਂ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅਸੀਂ ਹੁਣ ਵੀ ਡਟ ਕੇ ਖੜੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਉਹਨਾਂ ਦਾ ਕੱਖ ਨਹੀਂ ਰਿਹਾ। ਇਹ ਜਿਹੜੀ ਝੂਠ ਦੀ ਰਾਜਨੀਤੀ ਕਰਦੇ ਸੀ ਉਹਦੇ ਸਾਰੇ ਸਾਨੂੰ ਖਿਆਜੇ ਭੁਗਤਣੇ ਪੈ ਰਹੇ ਆ। ਮੈਂ ਸਿੰਘ ਸਾਹਿਬ ਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹਨੂੰ ਬਿਲਕੁਲ ਕੰਡੈਮ ਕਰਦਾ। ਉਹਨਾਂ ਨੂੰ ਇਹ ਕਦੀ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਸੀ। ਇਹਨਾਂ ਨੇ ਸਰਸੇ ਵਾਲੇ ਦੀ ਮਦਦ ਵੀ ਲਈ, ਉਹ ਵੀ ਇਹਨਾਂ ਦੀ ਚਲੀ ਗਈ। ਬਾਬਾ ਹਰਨਾਮ ਸਿੰਘ ਧੁੰਮੇ ਨੇ ਵੀ ਬਹੁਤ ਵੱਡੇ ਇਕੱਠ ਕੀਤੇ, ਉਹਨਾਂ ਨੇ ਲੋਕਾਂ ਤੋਂ ਕਿੰਨੀ ਤੂੰ ਕਰਵਾਈ ਆ। ਉਹ ਏਡੀ ਵੱਡੀ ਸੰਸਥਾ ਦੇ ਮਾਲਕ ਨੇ, ਜਿਹੜੀ ਪੰਥ ਦੀ ਸਰਮੌਰ ਸੰਸਥਾ ਜਿਸ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਸੰਸਥਾ ਦੇ ਵਿੱਚ ਰਹਿ ਕੇ ਦਰਬਾਰ ਸਾਹਿਬ ਦੀ ਅਸਮਤ ਵਾਸਤੇ, ਦਰਬਾਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਹੈ। ਉਸ ਸੰਸਥਾ ਨੂੰ ਉਹ ਰੀਪ੍ਰਜੈਂਟ ਕਰਦੇ ਨੇ। ਉਹਨਾਂ ਨੇ ਵੀ, ਉਹਨਾਂ ਦੀ ਮੈਂ ਸਮਝਦਾ ਵੀ ਠੀਕ ਆ ਉਹ ਮਹਾਂਪੁਰਸ਼ ਹੈ। ਮੈਂ ਆਪਣੇ ਮੇਰੇ ਖਿਆਲ ਨੇ ਵੀ ਉਹਨਾਂ ਨੂੰ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਹ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਸੀ। ਕਿਸੇ ਸੰਤ ਨੇ ਮਗਰ ਵੋਟ ਨਹੀਂ ਪੈਂਦੀ, ਮੇਰਾ ਇਹ ਵੀ ਤਜਰਬਾ ਹੋ ਗਿਆ। ਅਕਾਲੀ ਦਲ ਨੇ ਵੀ ਇਹ ਸਾਰਾ ਕੁਝ ਹੰਢਾ ਲਿਆ, ਕਿਸੇ ਦੇ ਵੋਟ ਨਹੀਂ ਪੈਂਦੀ। ਪੰਜਾਬ ਦਾ ਵੋਟਰ ਆ ਜਿਹੜਾ ਇੰਨਾ ਜਾਗਰੂਕ ਹੋ ਗਿਆ, ਜਾਂ ਆਪਾਂ ਇਹ ਕਹਿ ਲਈਏ ਵੀ ਕਿਸਾਨ ਅੰਦੋਲਨ ਨੇ ਲੋਕ ਇੰਨੇ ਜ਼ਿਆਦਾ ਅਵੇਅਰ ਕਰ ਦਿੱਤੇ। ਅੱਜ ਹਰ ਇੱਕ ਬੰਦਾ ਸਾਥੋਂ ਜਵਾਬ ਲੈਂਦਾ, ਹਰ ਇੱਕ ਬੰਦਾ ਸਮਝਦਾ ਵੀ ਮੈਂ ਕਹਿਣਾ ਕੀ ਆ, ਮੇਰੇ ਮਨ ਦੇ ਵਿੱਚ ਕੀ ਹੈ।
इन्हां दे जिहड़े झूठ सी सरदार सुखबीर सिंह बादल साहब दे उन्हां नूं लै के डुੱਬ गए ने। सो मेरी तां इह बेनती है उन्हां नूं, तुहाडे सारे आ संचार वाले तुसीं बहुत वड्डी गिणती सज्जण बैठे हो भी अज कोर कमेटी की मीटिंग भी हो रही है। उन्हां नूं कोर कमेटी दे विच अस्तीफे दा घमंड ना करन, क्योंकि कई वारी असीं बंदिआं नूं तैयार करके लै जांदे आ भी मैं अस्तीफा दिओ तुसीं रौला पा लिओ भी नहीं जी तुहाडे बिना नहीं चलना। ये ऐसा भी अज वापर सकता है। ये तो हुण पता नहीं उत्थे चंडीगढ़ दे विच की हो रहा होगा, तो मैं जरूर बतौर श्रोमणी गुरुद्वारा प्रबंधक कमेटी, मैं भी अकाली हाँ, कोई इन्हां दे प्यो दा नहीं खरीदा होया अकाली दल, असीं भी कुरबानी कीती है। श्रोमणी गुरुद्वारा प्रबंधक कमेटी के मैंबरां नूं कोई तनख्वाह नहीं मिलती, असीं कोई अलाउंस, कोई असीं TADA नहीं लैंदे। श्रोमणी कमेटी के मैंबर असीं अपणियां कारां दे विच अपने तेल दे नाल सारा दिन घुंमदे हां, 20-50 हज़ार रुपया असीं महीने का खर्च करदे हां। असीं अपणियां जायदादां खराब कीतियां ने। ये लोग ने यार जिन्हां ने कोई आम घरां तो शुरू होकर करोड़ां अरबां रुपए की प्रॉपर्टी इन्हां ने बना ली है जी, इन्हां नूं संग ही नहीं आउंदी है, ये खैड़ा ही नहीं छड्ड रहे पंथ दा। सो मेरी बेनती है भी जां तां इह कंध ते लिखिआ पढ़ ले सरदार सुखबीर सिंह बादल, आप परे हो जे, अकाली दल सरवाइव करूगा। ये नहीं है भी अकाली दल किते चला जाऊगा, इस पंथक पार्टी है यार। पर अकाली दल के जिहड़े ये ने बादल परिवार है, अगे लोग कहते सी भी लीडर ना जिहड़ी कुर्सी आ ओह लाश ते डाउंदे आ। मैं कंन फड़ के गल माफी मंग के कहना भी हुण लीडरां ने कुर्सी साडे अकाली दल दे ने प्रधान ने कुर्सी गुरु ग्रंथ साहिब दे डाही हुई है। ये लोग वो इन्ने माड़े हो चुके ने। सो मेरी तां उन्हां नूं बेनती है तुहाडे सारिआं दे रही भी गुरु ग्रंथ साहिब सच्चे पातशाह की असमत लई कुछ नहीं कर सके। उन्होंने उन्हां लोकां नूं टिकटां दित्तियां। मुहम्मद इजहार आलम जिहड़ा जदों SSP बतौर SSP जलंधर दे विच सी तो उन्हें आलम सैना बना के सिख बच्चों के जिहड़ा सी कतल किए, उन्होंने शिकार किए, उन्होंने खून के नाल खेडिया। वो बंदे नूं लिया के टिकट दे दी मलेरकोट, हुण उहनूं छड्ड दित्ता, हुण होर देती, फिर होर देती किसी नूं, वो बंदे नूं छड्ड दित्ता। समेत सिंह सैनी पूरे सिख जगत दे विच विरोध होया भी इहनूं तुसीं DGP ना लाओ, इहने बड़ा तशद्दद कीता, इहने बड़े सिख बच्चे मारे ने। वो इन्हां ने ला के रखिया क्योंकि इन्हां दा खासा जिहड़ा है वो सिख नहीं है। पंथ की दुहाई पाउणी आनंदपुर साहब के मते नूं जिहदे विच लखां लोकां ने कुरबानियां कीतियां, जेड़ां कट्टियां, किन्ने लोग उहदे विच शहीद होए। दरबार साहब ते ब्लू स्टार होके साडे किन्ने लोग उत्थे शहीद हो गए ने। वो आनंदपुर के मते की अज असीं कोई गल, फैडरल ढांचे की अज असीं कोई गल नहीं करदे। सो ये इन्हां नूं परिवार नूं मेरी यह बेनती है भी किरपा करके श्रोमणी अकाली दल का खैड़ा छड्डे। ते जिहड़े लोग कहंदे ने भी श्रोमणी अकाली दल नूं ऐ हो गया जी, ऐ वा श्रोमणी दल अकाली दल नूं सिंह साहब कुछ नहीं होया, श्रोमणी अकाली दल बरकरार है। असीं श्रोमणी अकाली दल वास्ते जिंद जान देण नूं तैयार हां। 30-30 साल जिन्हां ने बंदिआं ने पार्टी दे विच लाए आ, असीं सानूं कौन चल रहू, असीं क्यों किसी नाल जावांगे। असीं आपदी पार्टी वास्ते मरे हां, पार्टी वास्ते मरदे रहांगे। सो ये मेरियां बेनतियां ने जिहड़ियां तुसीं किरपा करके जरूर जिन्ने तुसीं सज्जण आए हो, तुसीं मैं समझदा मेरी भावना नूं तुसीं जरूर पहुँचदा करोगे। ये मेरी बेनती सुन, जिहड़ा कोई थोड़ा तुसीं मैथों पुछना चाहुंदे हो ਉਹਦਾ जवाब तुसीं मैथों लै सकदे जी। हाँ कर सकते जी गल ठीक है। सारे चाह छक के जानी, चाह का प्रबंध है। सब तो पहला तो जी मैं तुहानूं सारिआं नूं ते जिन्ने भी तुहाडे संचार साधन दे राहीं ये साडी गलबात नूं देखणगे उन्हां नूं सतगुरु गुरु गोबिंद सिंह महाराज दी बख्शी हुई फतेह अर्ज करदा हां। वाहिगुरू जी का खालसा, वाहिगुरू जी की फतेह। मैं अपनी जान पछाण कराउणा तुहानूं। मेरा नाम जथेदार बलदेव सिंह चुंगा है। मैं इस वेले श्रोमणी गुरुद्वारा प्रबंधक कमेटी का मौजूदा मैंबर हाँ। वैसे मैं अपने पिंड का 2 बार लगातार सरपंच रहा, तीजी बार मैं ब्लॉक समरी का मैंबर रहा, दूसरी टर्म मेरी मैंबर श्रोमणी गुरुद्वारा प्रबंधक कमेटी की है। इस पीरियड दौरान मैं मार्केट कमेटी का भदौड़ का चेयरमैन भी रहा। पिछले साल मैं बीबी जगीर कौर के नाल अंतरिंग मैंबर श्रोमणी गुरुद्वारा प्रबंधक कमेटी भी रहा। श्रोमणी अकाली दल का मैं जनरल कौंसल का मैंबर भी पिछले समय दौरान रहा। अज का जिहड़ा तुहानूं सारिआं नूं मेरा इत्थे कष्ट देण दा जिहड़ा है मकसद है वो ये है जी कि पंजाब दे विच पंजाब असैंबली दीआं चोणां होईआं ने। पंजाब दे लोकां ने सरदार भगवंत सिंह जी मान साहब नूं उन्हां दी पार्टी नूं बहुत वड्डा फतवा दिता है। मैं अपनी गल अगे वधाउण तो पहलां सरदार भगवंत सिंह जी मान नूं ते उन्हां दी समूची पार्टी नूं मुबारकबाद दिंदा।
ਤੇ ਮੈਂ ਕਾਮਨਾ ਵੀ ਕਰਦਾ ਕਿ ਜੋ ਗੱਲਾਂ ਕਰਕੇ ਉਹ ਸੱਤਾ ਦੇ ਵਿੱਚ ਆਏ ਨੇ, ਜੋ ਲੋਕਾਂ ਨਾਲ ਉਹਨਾਂ ਨੇ ਵਾਅਦੇ ਕੀਤੇ ਨੇ, ਉਹਨਾਂ ਨੂੰ ਉਹ ਪੂਰਾ ਕਰਨਗੇ। ਔਰ ਸਾਨੂੰ ਇਹਦੇ ਲਈ ਸਾਲ 6 ਮਹੀਨੇ ਲੋਕਾਂ ਨੂੰ ਉਡੀਕਣਾ ਵੀ ਚਾਹੀਦਾ ਕਿ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਉਹ ਪਰਫਾਰਮ ਕਰਨਗੇ, ਕਿਹੋ ਜਿਹਾ ਉਹ ਕੰਮ ਕਰਨਗੇ। ਦੂਸਰਾ, ਮੈਂ 30 ਸਾਲ ਤੋਂ ਤਕਰੀਬਨ 30 ਸਾਲ ਹੋ ਗਏ ਮੈਨੂੰ ਮੇਰੇ ਰਾਜਨੀਤਿਕ ਜੀਵਨ ਨੂੰ ਸ਼ੁਰੂ ਹੋਏ ਨੂੰ। ਇਸ ਸਮੇਂ ਦੌਰਾਨ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਤਲਬ ਅੱਗੇ ਲੱਗ ਕੇ ਧੜੱਲੇ ਦੇ ਨਾਲ ਕੰਮ ਕੀਤਾ। ਜਿੱਥੇ ਵੀ ਮੈਨੂੰ ਸਾਡੀ ਲੋੜ ਪਈ ਪੰਥ ਨੂੰ, ਅਸੀਂ ਉੱਥੇ ਅੱਗੇ ਹੋ ਕੇ ਕੰਮ ਕਰਦੇ ਰਹੇ ਹਾਂ। ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ, ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਉਹਨਾਂ ਦੇ ਨਾਲ ਵੀ ਕੰਮ ਕੀਤਾ। ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਬਣੇ, ਅਸੀਂ ਉਹਨਾਂ ਦੇ ਨਾਲ ਲੰਬੇ ਸਮੇਂ ਤੋਂ ਕੰਮ ਕਰਦੇ ਰਹੇ ਹਾਂ। ਔਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਕੰਮ ਨੂੰ ਵਫਾਦਾਰੀ ਨਾਲ ਕੀਤਾ ਹੈ। ਮੈਂ ਇਹ ਗੱਲ ਆਪਣੇ ਧਰਮ ਨੂੰ ਜਾਣ ਕੇ ਕਹਿ ਦਿੰਦਾ ਵੀ ਮੈਂ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬਰਖਲਾਫ ਕੋਈ ਸਮਝੌਤਾ ਨਹੀਂ ਕੀਤਾ। ਮੈਂ ਕਦੇ ਕਿਸੇ ਨਾਲ ਕੋਈ ਇਹ ਨਹੀਂ ਕੀਤਾ ਵੀ ਤੁਸੀਂ ਮੇਰਾ ਐਂ ਕਰੋ ਤੇ ਮੈਂ ਇੱਧਰ ਉੱਧਰ, ਮੈਂ ਕਦੀ ਗੱਲ ਨਹੀਂ ਕੀਤੀ। ਹੁਣ ਵੀ ਅਸੀਂ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਹਲਕਾ ਭਦੌੜ ਦੇ ਨੁਮਾਇੰਦੇ ਸਨ, ਸਰਦਾਰ ਸਤਨਾਮ ਸਿੰਘ ਜੀ ਰਾਹੀ, ਉਹਨਾਂ ਦੇ ਨਾਲ ਅਸੀਂ ਡਟ ਕੇ ਕੰਮ ਕੀਤਾ, ਵਰਕ ਕੀਤਾ, ਜੋ ਹੋ ਸਕਦਾ ਸੀ ਅਸੀਂ ਉਹ ਕੀਤਾ ਹੈ। ਪਰੰਤੂ ਜਿਹੜਾ ਪੰਜਾਬ ਦਾ ਹਾਲਾਤ ਬਣੇ ਹੋਏ ਨੇ ਇਸ ਵੇਲੇ, ਸ਼੍ਰੋਮਣੀ ਅਕਾਲੀ ਦਲ ਦੇ, ਵਾਹਿਗੁਰੂ, ਸ਼੍ਰੋਮਣੀ ਅਕਾਲੀ ਦਲ ਦੇ ਜੋ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹ ਇਹ ਨੇ ਕਿ ਜਦ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਕਮਾਂਡ ਸੰਭਾਲੀ ਹੈ, ਉਹਦੀ ਮੈਂ ਸ਼ੁਰੂਆਤ ਦੀ ਤੁਹਾਡੇ ਨਾਲ ਥੋੜੀ ਗੱਲ ਸਾਂਝੀ ਕਰਨੀ ਚਾਹੁੰਦਾ। ਇਹਨਾਂ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲਾਉਣਾ ਸੀ। ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਕਟਰ ਰੂਪ ਸਿੰਘ ਸੈਕਟਰੀ ਸਨ। ਇਹ ਇੱਕ ਨਿਰਣਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਧਾਨ ਹੈ ਵੀ ਜਿਹੜਾ ਇਹਦਾ ਪ੍ਰਧਾਨ ਹੁੰਦਾ ਹੈ ਉਹਦਾ ਖੁੱਲ੍ਹਾ ਦਾੜਾ, ਜਿਸ ਤਰ੍ਹਾਂ ਮੇਰੇ ਦਾੜਾ ਪ੍ਰਕਾਸ਼ ਹੈ, ਉਹ ਦਾੜਾ ਪ੍ਰਕਾਸ਼ ਕਰਦਾ ਹੈ, ਉਹ ਨੀਲੀ ਪੀਲੀ ਕਾਲੀ ਪਗੜੀ ਬੰਨ੍ਹਦਾ ਹੈ। ਜਿਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਮਰਹੂਮ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਉਸ ਵੇਲੇ ਉੱਥੋਂ ਦੇ ਤਖਤ ਸਾਹਿਬ ਦੇ, ਕੇਸਗੜ੍ਹ ਸਾਹਿਬ ਦੇ ਉਹ ਜਥੇਦਾਰ ਸਨ, ਤਾਂ ਮੈਨੂੰ ਪਤਾ ਇਸ ਗੱਲ ਦਾ। ਅੱਜ ਬੇਸ਼ੱਕ ਕੋਈ ਸੱਜਣੀ ਗੱਲ ਨੂੰ ਕਹਿ ਦੇ ਵੀ ਜਥੇਦਾਰ ਮੇਰੇ ਬਾਰੇ ਕਹਿ ਦੇਵੇ ਵੀ ਇਹ ਵੈਸੀ ਗੱਲ ਕਰ ਰਿਹਾ ਹੈ ਇਹ, ਤੇ ਪਰ ਉਸ ਵੇਲੇ ਸਾਡੇ ਲਈ ਸਮੱਸਿਆ ਬਣੀ ਪਈ ਸੀ ਵੀ ਪ੍ਰਧਾਨ ਦਾ ਦਾੜਾ ਕਿਵੇਂ ਖਿਲਾਇਆ ਜਾਵੇ। ਇਹ ਕਹਿੰਦਾ ਸੀ ਸੁਖਬੀਰ ਸਿੰਘ ਬਾਦਲ ਕਹਿੰਦਾ ਸੀ ਵੀ ਮੈਂ ਦਾੜਾ ਨਹੀਂ ਖੋਲ੍ਹਣਾ, ਮੈਂ ਦਾੜਾ ਪ੍ਰਕਾਸ਼ ਕਰਕੇ ਨਹੀਂ ਜਾਣਾ। ਔਰ ਉਦੋਂ ਬਾਅਦ ਦੇ ਵਿੱਚ ਤੁਸੀਂ ਸਾਰੇ ਹਾਲਾਤ ਦੇਖਦੇ ਹੀ ਰਹੇ ਹੋ ਵੀ ਕਿੱਥੇ ਉਹ ਪੰਥ ਸੀ ਵੀ ਉਹਦੇ ਸਾਡੀ ਦਿੱਖ ਸੀ ਇੱਕ ਅਕਾਲੀ ਦਲ ਦੀ ਵੀ ਉਹਦੇ ਨੀਲੀ ਪਗੜੀ ਬੰਨੀ ਆ, ਗਲ ਦੇ ਵਿੱਚ ਸਰੋਪਾ ਪਾਇਆ, ਸ਼੍ਰੀ ਸਾਹਿਬ ਉੱਪਰ ਦੀ ਪਾਈ ਹੈ, ਹੱਥ ਦੇ ਵਿੱਚ ਵੱਡੀ ਕਿਰਪਾਨ ਫੜੀ ਹੈ। ਇਹ ਸਾਡੀ ਅਕਾਲੀ ਹੋਣ ਦੀ ਦਿੱਖ ਸੀ। ਲੋਕ ਅੰਦਾਜ਼ਾ ਲਾ ਲੈਂਦੇ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਜਾਂ ਕੋਈ ਅਕਾਲੀ ਦਲ ਦਾ ਨੁਮਾਇੰਦਾ ਆ ਰਿਹਾ। ਇਹਨਾਂ ਨੇ ਜੀ ਉਸ ਗੱਲ ਨੂੰ ਸਾਰਿਆਂ ਨੂੰ ਤਜਾਂਦਰੀ ਦੇ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹ ਗੱਲ ਨੂੰ ਪਰੇ ਕਰਕੇ ਆਪਣੇ ਤੌਰ ਦੇ ਉੱਤੇ ਅਕਾਲੀ ਦਲ ਦੇ ਜਿਹੜੇ ਸਾਰੇ ਨਿਯਮ ਸੀ ਉਹਨਾਂ ਨੂੰ ਤਿਆਗ ਕੇ ਪੰਜਾਬੀ ਪਾਰਟੀ ਦੇ ਵਿੱਚ ਮੋਗੇ ਦੀ ਜਿਹੜੀ ਵੱਡੀ ਰੈਲੀ ਕੀਤੀ ਸੀ ਉਹਦੇ ਵਿੱਚ ਉਹਨੂੰ ਤਬਦੀਲ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀਆਂ ਜਦੋਂ ਵੀ ਕਿਤੇ ਕੋਈ ਸਟੇਜਾਂ ਲੱਗਦੀਆਂ ਸੀ, ਅਸੀਂ ਵੋਟਾਂ ਵਾਸਤੇ ਸਟੇਜਾਂ ਲਾਉਂਦੇ ਜਾਂ ਅਸੀਂ ਕੋਈ ਸਮਾਗਮ ਕਰਦੇ, ਤਾਂ ਸਾਡਾ ਇਹ ਸੀ ਵੀ ਉੱਥੇ ਢਾਡੀ ਆਉਂਦੇ ਸੀ, ਢਾਡੀ ਗਾਉਂਦੇ ਸੀ, ਢਾਡੀ ਵਾਰਾਂ ਸੁਣਾਉਂਦੇ ਸੀ, ਲੋਕ ਉਹਨਾਂ ਨੂੰ ਸੁਣਦੇ ਸੀ, ਉਹ ਪੰਥ ਦੀ ਗੱਲ ਕਰਦੇ ਸੀ, ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਸੀ। ਪਰ ਜਦੋਂ ਇਹਨਾਂ ਦੇ ਹੱਥ ਦੇ ਵਿੱਚ ਬਾਂਗ ਡੋਰ ਆਈ, ਫਿਰ ਅਕਾਲੀ ਦਲ ਦਾ ਖਾਸਾ ਬਦਲਣਾ ਸ਼ੁਰੂ ਹੋ ਗਿਆ। ਸਾਡੀਆਂ ਸਟੇਜਾਂ ਦੇ ਉੱਤੇ ਗਾਉਣ ਵਾਲੇ ਆ ਗਏ, ਨਚਾਰ ਆਉਣੇ ਸ਼ੁਰੂ ਹੋ ਗਏ, ਨਕਲੀਏ ਭੰਡ ਇਹ ਆਉਣੇ ਸ਼ੁਰੂ ਹੋ ਗਏ। ਤੇ ਜੇ ਅਸੀਂ ਕਿਤੇ ਗੱਲ ਕਰਦੇ ਸੀ, ਸਾਨੂੰ ਇਹ ਗੱਲ ਕਹਿੰਦੇ ਸੀ ਵੀ ਲੋਕਾਂ ਦਾ ਜਿਹੜਾ ਟੇਸਟ ਆ ਉਹ ਬਦਲ ਗਿਆ। ਅਸਲ ਦੇ ਵਿੱਚ ਲੋਕਾਂ ਦਾ ਟੇਸਟ ਨਹੀਂ ਸੀ ਬਦਲਿਆ, ਇਹ ਲੋਕਾਂ ਨੂੰ ਭਰਮਾ ਕੇ ਲੋਕਾਂ ਤੋਂ ਵੋਟਾਂ ਬਟੋਰਦੇ ਸੀ, ਪੰਥ ਦੇ ਨਾਂ ਦੇ ਉੱਤੇ ਵੋਟਾਂ ਬਟੋਰਦੇ ਸੀ। ਇਸ ਕਰਕੇ ਇਹਨਾਂ ਨੇ ਸਾਰਾ ਕੁਝ ਅਪਣਾਇਆ। ਸ਼੍ਰੋਮਣੀ ਅਕਾਲੀ ਦਲ ਜਿਸ ਪਾਰਟੀ ਨੂੰ ਬਣਾਉਣ ਵਾਸਤੇ ਸਾਡੇ ਯੋਧਿਆਂ ਨੇ, ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਸੀ ਉਹ ਤਾਂ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਵਾਸਤੇ, ਮਹੰਤਾਂ ਤੋਂ ਗੁਰਦੁਆਰਿਆਂ ਦਾ ਪ੍ਰਬੰਧਕ ਲੈਣ ਵਾਸਤੇ ਜਿਹੜੀ ਇਹਦੀ ਸ਼ੁਰੂਆਤ ਹੋਈ ਸੀ। ਇਹਦੀ ਸ਼ੁਰੂਆਤ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਈਸਰ ਸਿੰਘ ਜੀ ਮਝੈਲ, ਲਛਮਣ ਸਿੰਘ ਜੀ ਧਾਰੋਵਾਲ ਵਰਗਿਆਂ ਨੇ 1921 ਦੇ ਵਿੱਚ ਜਿਹੜਾ ਸੀ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਦਿੱਤੀ, ਜਿੱਥੇ 200-250 ਸਿੰਘ ਗਿਆ, ਜਿਹੜਾ ਸਾਰੇ ਸ਼ਹੀਦ ਕਰ ਦਿੱਤਾ ਸੀ। ਮਹੰਤ ਨਾਰਾਇਣ ਸਿੰਘ ਨੇ ਗੰਗਸਰ ਜੈਤੋ ਦਾ ਮੋਰਚਾ ਸੀ, ਜਿਹੜਾ ਆਪਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਨੇ, ਉੱਥੋਂ ਦਾ ਮੋਰਚਾ ਸੀ ਜਿਹੜਾ। ਇਹ ਸਾਰੇ ਮੋਰਚਿਆਂ ਦੇ ਵਿੱਚ ਬੜੇ ਬੇਅੰਤ ਸਿੰਘ ਸ਼ਹੀਦ ਹੋਏ, 400-500 ਸ਼ਹੀਦੀਆਂ ਹੋਈਆਂ। ਬੜੇ ਲੋਕ ਸੀ ਜਿਹੜੇ ਆਪਣੀ ਜਾਇਦਾਦਾਂ ਤੋਂ ਬੇਦਖਲ ਹੋਏ, ਬੜਿਆਂ ਨੇ ਜੇਲ੍ਹਾਂ ਕੱਟੀਆਂ, ਬੜਿਆਂ ਨੇ BT ਵਰਗੇ ਜ਼ਾਲਮ ਅਫਸਰਾਂ ਦੀ ਘੁੱਟ ਖਾਧੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆ ਗਈ। ਉਸ ਤੋਂ ਬਾਅਦ ਸਾਡੇ ਪੰਥਕ ਲੀਡਰਾਂ ਨੇ ਸੋਚਿਆ ਵੀ ਇੱਕ ਸਾਨੂੰ ਸਿਆਸੀ ਪਾਰਟੀ ਦੀ ਵੀ ਲੋੜ ਹੈ। ਉਹਨਾਂ ਦਾ ਉਹ ਕੁਰਬਾਨੀਆਂ ਨੂੰ ਦੇਖਦੇ ਹੋਏ
ਇੱਕ ਸਿਆਸੀ ਪਾਰਟੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਅਦ ਦੇ ਵਿੱਚ ਆਇਆ, ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਦੇ ਵਿੱਚ ਆਈ ਆ, ਜਿਹਦਾ ਪਿਛਲੇ ਸਾਲ ਦੇ ਵਿੱਚ ਅਸੀਂ 100 ਸਾਲਾ ਸ਼੍ਰੋਮਣੀ ਅਕਾਲੀ ਦਲ ਮਨਾ ਕੇ ਵੀ ਹਟਿਆ ਸ਼੍ਰੋਮਣੀ ਅਕਾਲੀ ਦਲ ਦਾ। ਸੋ ਜਿਹੜੀ ਪਾਰਟੀ ਇੰਨੀਆਂ ਕੁਰਬਾਨੀਆਂ ਦੇ ਨਾਲ ਬਣੀ ਸੀ, ਉਹ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ਧਨੰਤਰ ਕਹਿੰਦੇ ਨੇ, ਬਾਬਾ ਬੋੜ ਕਹਿੰਦੇ ਨੇ, ਉਹਨਾਂ ਨੇ ਆਪਣੇ ਪੁੱਤਰ ਮੋਹ ਦੇ ਵਿੱਚ ਫਸ ਕੇ ਆਪਣੇ ਪੁੱਤਰ ਨੂੰ ਇਸ ਸ਼੍ਰੋਮਣੀ ਅਕਾਲੀ ਦਲ ਦੀ ਬਾਂਗਡੋਰ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਰਗੇ ਤੇ ਬ੍ਰਹਮਪੁਰਾ ਸਾਹਿਬ ਵਰਗੇ, ਉਹਨਾਂ ਨੂੰ ਦਰਕਨਾਰ ਕਰਕੇ ਇਹਨਾਂ ਨੇ ਉਹਨਾਂ ਨੂੰ ਬਾਂਗਡੋਰ ਸੀ ਜਿਹੜੀ ਪਾਰਟੀ ਦੀ ਸਮਾ ਦਿੱਤੀ। ਉਹ ਰੌਲਾ ਵੀ ਪਾਉਂਦੇ ਰਹੇ। ਉਹਦਾ ਇਹ ਨਿਕਲਿਆ ਵੀ ਉਹਨਾਂ ਨੂੰ ਇੱਥੋਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਜੇ ਕਦੇ ਗੁਰਚਰਨ ਸਿੰਘ ਟੌੜਾ ਨੇ ਕਿਹਾ ਵੀ ਤੁਸੀਂ ਪਾਰਟੀ ਪ੍ਰਧਾਨ ਦਾ ਜਿਹੜਾ ਹੈ ਉਹ ਜ਼ਾਬਤੇ ਤੋਂ ਬਾਹਰ ਹੁੰਦਾ ਹੈ, ਜਿਹੜਾ ਮੁੱਖ ਮੰਤਰੀ ਉਹਦੇ ਤੇ ਜ਼ਾਬਤਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨਗੀ ਵਾਲ ਸਾਹਿਬ ਕਿਸੇ ਨੂੰ ਹੋਰ ਦੇ ਦਿਓ। ਫਿਰ ਜੋ ਟੌੜਾ ਸਾਹਿਬ ਦਾ ਹਸਦ ਹੋਇਆ, ਕੋਈ ਮੈਨੂੰ ਦੱਸਣ ਦੀ ਲੋੜ ਨਹੀਂ, ਤੇ ਉਹ ਤੁਸੀਂ ਸਾਰੇ ਸੱਜਣ ਜਾਣਦੇ ਹੋ। ਤੇ ਜਿਹੜੇ ਹੁਣ ਇਸ ਵੇਲੇ ਹਾਲਾਤ ਬਣੇ ਹੋਏ ਨੇ, ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਸੀ, ਉਸ ਪਾਰਟੀ ਦਾ ਜੇ ਹਾਲ ਹੋ ਗਿਆ ਵੀ ਸਾਡੇ ਕੋਲੇ ਜਿਹੜੇ 3 ਵਿਧਾਇਕ ਜਿੱਤੇ ਨੇ, ਉਹਨਾਂ ਦੀ ਆਪਣੀ ਕਾਰਗੁਜ਼ਾਰੀ ਕਹਿ ਲਈਏ ਜਾਂ ਉਹਨਾਂ ਦੇ ਕਰਮਾਂ 'ਚ ਵਾਹਿਗੁਰੂ ਨੇ ਮਾਨ ਲਿਖਿਆ ਸੀ, ਉਹ ਸਾਡੇ ਜਿਹੜੇ 3 ਵਿਧਾਇਕ ਇਸ ਵੇਲੇ ਜਿੱਤੇ ਨੇ। ਪਾਰਟੀ ਇਸ ਵੇਲੇ ਉਹਦਾ ਪਿੱਛੇ ਜਾਣ ਦਾ ਕੀ ਮਤਲਬ ਹੈ? ਉਹਦਾ ਮਤਲਬ ਇਹ ਨਹੀਂ ਵੀ ਸ਼੍ਰੋਮਣੀ ਅਕਾਲੀ ਦਲ ਨਾ ਕਦੇ ਕਮਜ਼ੋਰ ਹੋਇਆ, ਨਾ ਕਦੇ ਕਮਜ਼ੋਰ ਹੋਵੇਗਾ, ਪਰ ਜਿਹੜੇ ਇਹਨੂੰ ਚਲਾਉਣ ਵਾਲੇ ਸੀ ਉਹਨਾਂ ਦੀਆਂ ਨੀਤੀਆਂ ਸਿਰਫ ਇੱਕੋ ਹੀ ਰਹਿ ਗਈਆਂ ਵੀ ਪੰਜਾਬ ਦੀ ਸੱਤਾ ਹਾਸਲ ਕਿਵੇਂ ਕਰਨੀ ਹੈ। ਜਿਸ ਬਣਾ ਦੇ ਉੱਤੇ ਪਾਰਟੀ ਦੀ ਸਥਾਪਨਾ ਹੋਈ ਸੀ ਸ਼ਹੀਦੀਆਂ ਦੇ ਉੱਤੇ, ਉਹ ਸ਼ਹੀਦੀਆਂ ਅਸੀਂ ਸਾਰੀਆਂ ਛੱਡ ਦਿੱਤੀਆਂ। ਜੇ ਅਸੀਂ ਕਦੇ ਕੋਈ ਸ਼ਤਾਬਦੀ ਦੀ ਗੱਲ ਕਰਦੇ ਹਾਂ ਤਾਂ ਮੈਂ ਦੇਖਦਾ ਹੁੰਦਾ ਵੀ ਉਹ ਸ਼ਿਸ਼ਟਾਚਾਰੀ ਹੁੰਦੀ ਹੈ। ਸਾਡੇ ਇਕੱਠਾਂ ਦੇ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵੀ ਮੈਂ ਨੋਟ ਕਰਦਾ ਹੁੰਦਾ ਵੀ ਸਾਡੇ ਮੁਲਾਜ਼ਮ ਬੈਠੇ ਨੇ। ਮੁਲਾਜ਼ਮ ਤਾਂ ਮੁਲਾਜ਼ਮ ਹੁੰਦਾ, ਉਹ ਜਿਹਨੂੰ ਜਿਹੜਾ ਕੋਈ ਉਹਨੂੰ ਬੁਲਾਉਂਦਾ ਉਹਨੇ ਉੱਥੇ ਆ ਜਾਣਾ ਹੁੰਦਾ। ਸੋ ਜਿਹੜੇ ਇਸ ਵੇਲੇ ਹਾਲਾਤ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਹੁਤ ਰੱਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮੂੰਹ ਦੇ ਮੂੰਹ ਸੜ ਦਿੱਤਾ ਹੈ, ਉੱਥੇ ਉਸ ਤੋਂ ਵੀ ਅੱਤ ਅਫਸੋਸਨਾਕ ਜਿਹੜੀ ਗੱਲ ਇਸ ਪੀੜ ਦੌਰਾਨ ਹੋਈ ਉਹ ਇਹ ਹੋਈ ਕਿ ਸਾਡੇ ਬਹੁਤ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਦੀ ਸਟੇਟਮੈਂਟ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਤਾਂ ਹਿੰਦੁਸਤਾਨ ਲਈ ਜਾਂ ਸਟੇਟ ਦੇ ਲਈ ਜਾਂ ਪੰਜਾਬ ਦੇ ਲਈ ਬਹੁਤ ਘਾਟੇ ਵਾਲੀ ਗੱਲ ਹੈ। ਉਹਨਾਂ ਦੀ ਇਸ ਸਟੇਟਮੈਂਟ ਦੇ ਉੱਤੇ ਸਿੱਖ ਜਗਤ ਦੇ ਵਿੱਚ ਵੱਖਰੇ ਵੱਖਰੇ ਪ੍ਰਤੀਕਰਮ ਆਏ, ਕਿਉਂਕਿ ਉਹਨਾਂ ਦਾ ਮਕਸਦ ਇੱਕੋ ਸੀ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਬਚਾਉਣਾ। ਜੋ ਇਹ ਗੱਲ ਕਰਦੇ ਵੀ ਸਮੁੱਚਾ ਅਕਾਲੀ ਦਲ ਨੂੰ ਕਿਵੇਂ ਬਚਾਉਣਾ, ਪੰਜਾਬ ਨੂੰ ਕਿਵੇਂ ਬਚਾਉਣਾ, ਸਿੱਖੀ ਦੀ ਗੱਲ ਕੀ ਕਰਨੀ ਆ, ਫਿਰ ਸ਼ਾਇਦ ਲੋਕ ਉਹਦਾ ਜ਼ਿਆਦਾ ਪ੍ਰਤੀਕਰਮ ਨਾ ਕਰਦੇ। ਉਹਨਾਂ ਦੀ ਜਿਹੜੀ ਸਟੇਟਮੈਂਟ ਉਹ ਤੋਂ ਜ਼ਾਹਰ ਹੋ ਰਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਇਹ ਉਹਨਾਂ ਬਾਦਲ ਪਰਿਵਾਰ ਨੂੰ ਜਿਹੜੀ ਆਪਦੀ ਹੈ ਜਿਹੜੀ ਪ੍ਰੋਟੈਕਸ਼ਨ ਦੇ ਰਹੇ ਨੇ। ਉਹਦੇ ਵਾਸਤੇ ਵੀ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੰਘ ਸਾਹਿਬ ਬਹੁਤ ਵੱਡੇ ਰੁਤਬੇ ਤੇ ਬੈਠੇ ਆ। ਮੈਂ ਉਹਨਾਂ ਦਾ ਨਿੱਜੀ ਤੌਰ ਦੇ ਉੱਤੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪ੍ਰਣਾਇਆ ਹੋਇਆ ਸਿੱਖ ਹਾਂ। ਮੈਂ ਸਿੰਘ ਸਾਹਿਬ ਦੀ ਬਹੁਤ ਇੱਜ਼ਤ ਕਰਦਾ ਤੇ ਕਰਦਾ ਵੀ ਰਹਾਂਗਾ। ਮਤਭੇਦ ਹੋਣੇ, ਕਿਸੇ ਗੱਲ ਦੇ ਨਾਲ ਨਾ ਸਹਿਮਤ ਹੋਣਾ, ਇਹ ਵੱਖਰਾ ਵਿਸ਼ਾ ਹੈ। ਸਿੰਘ ਸਾਹਿਬ ਜਦੋਂ ਇਹ ਲੱਗੇ ਸੀ, ਅਸੀਂ ਸੋਚਦੇ ਸੀ ਵੀ ਪੜ੍ਹੇ ਲਿਖੇ ਨੇ, ਗਿਆਨੀ ਗੁਰਬਚਨ ਸਿੰਘ ਦਾ ਪੀਰੀਅਡ ਵੀ ਕੋਈ ਬਾਹਲਾ ਵਧੀਆ ਨਹੀਂ ਸੀ ਰਿਹਾ, ਸਰਸੇ ਵਾਲਾ ਪੀਰੀਅਡ ਵੀ ਉਹਨਾਂ ਦੀ ਹਾਜ਼ਰੀ 'ਚ ਲੱਗਿਆ ਹੋਇਆ ਸੀ, ਜਿਹੜਾ ਬਹੁਤ ਵੱਡਾ ਦੁਖਾਂਤ ਪਾਰਟੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਲਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋ ਨਿਬੜਿਆ ਸੀ। ਇਹਨਾਂ ਨੂੰ ਇਹ ਸੋਚ ਸੀ ਵੀ ਮੈਂ ਅਕਾਲੀ ਫੂਲਾ ਸਿੰਘ ਵਾਲੇ ਕੰਮ ਕਰਾਂਗਾ। ਤਾਂ ਜਦੋਂ ਮੈਂ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦਾ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਲਾਹੌਰ ਤੋਂ ਦਰਬਾਰ ਸਾਹਿਬ ਆਏ, ਉਹਨਾਂ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਕੱਪੜਾ ਵਿਛਾ ਦਿੱਤਾ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਬੈਠਣ ਵਾਸਤੇ। ਅਕਾਲੀ ਫੂਲਾ ਸਿੰਘ ਜੀ ਉੱਥੇ ਸੀ, ਉਹਨਾਂ ਨੇ ਕੱਪੜਾ ਉਹਨਾਂ ਦੇ ਥੱਲਿਓਂ ਖਿੱਚ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ। ਉਹ ਕਹਿੰਦੇ ਜਿੱਥੇ ਲੋਕ ਬੈਠੇ ਉੱਥੇ ਤੂੰ ਬੈਠੇਗਾ। ਕਹਿੰਦੇ ਕੁਝ ਸਮੇਂ ਬਾਅਦ ਅਕਾਲੀ ਫੂਲਾ ਸਿੰਘ ਨੂੰ ਲਾਹੌਰ ਦਰਬਾਰ ਦੇ ਵਿੱਚ ਕੋਈ ਆਪਣੇ ਕੰਮ ਕਰਨ ਵਾਸਤੇ ਜਾਣਾ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਬਹੁਤ ਇੱਜ਼ਤ ਕਰਦੇ ਸੀ, ਉਹ ਰਾਜੇ ਅੱਜ ਦੇ ਰਾਜਿਆਂ ਵਰਗੇ ਨਹੀਂ ਸੀ। ਉਹਨਾਂ ਨੇ ਕਿਹਾ ਵੀ ਮੈਂ ਤੁਸੀਂ ਅਕਾਲੀ ਜੀ ਉਸ ਦਿਨ ਮੇਰੇ ਨਾਲ ਤੁਸੀਂ ਕੀ ਕੀਤੀ ਸੀ। ਤੇ ਅੱਜ ਅਕਾਲੀ ਫੂਲਾ ਸਿੰਘ ਕਹਿਣ ਲੱਗੇ ਜੇ ਤੂੰ ਦਰਬਾਰ ਸਾਹਿਬ ਆ ਕੇ ਰਣਜੀਤ ਸਿੰਘ ਉਹ ਕੁਝ ਕਰੇਗਾ ਮੈਂ ਫਿਰ ਤੈਨਾਂ ਹੀ ਕੁਝ ਕਰੂੰਗਾ। ਅੱਜ ਮੈਂ ਤੇਰੀ ਕਚਹਿਰੀਆਂ ਤੂੰ ਜੋ ਮਰਜ਼ੀ ਕਰ ਲੈ। ਉਹਨਾਂ ਨੇ ਕੀ ਕਰਨਾ ਸੀ, ਬਹੁਤ ਸਤਿਕਾਰ ਕਰਦੇ ਸੀ। ਉਹਨਾਂ ਨੂੰ ਲੋੜ ਪਈ ਉਹਨਾਂ ਨੇ ਆ ਕੇ ਕੋੜੇ ਵੀ ਖਾਧੇ। ਪਰ ਸਾਡੇ ਪਾਰਟੀ ਪ੍ਰਧਾਨ ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ ਵੀ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬੇਅਦਬੀ ਹੋ ਗਈ, ਮਹਾਰਾਜ ਦੇ ਅੰਗ ਖਿਲਾਰ ਦਿੱਤੇ ਪਾੜ ਕੇ, ਸਾਡੇ ਪਾਰਟੀ ਪ੍ਰਧਾਨ ਨੇ ਉਹਦੀ ਮਾਫੀ ਮੰਗਣ ਵਾਸਤੇ ਜਲਾਉ ਕੀਤਾ ਵੀ ਸਾਰਿਆਂ ਨੂੰ ਉੱਥੇ ਲੈ ਕੇ ਇਕੱਠੇ ਕਰਕੇ ਵੜ ਗਿਆ ਵੀ ਅਸੀਂ ਆਪੇ ਹੀ ਮਾਫੀ ਮੰਗ ਲਈ। ਕਿਸੇ ਤੋਂ ਕੋਈ ਅਕਾਲ ਤਖਤ ਦੀ ਕੋਈ ਲੋੜ ਨਹੀਂ ਹੈ ਪੁੱਛਣ ਦੀ, ਕੋਈ ਪੇਸ਼ ਨਹੀਂ ਹੋਇਆ, ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਨੋਟਿਸ ਲਿਆ, ਆਪੇ ਜਾ ਕੇ ਜੁੱਤੀਆਂ ਝਾੜਦੇ ਰਹੇ।
ਤੁਹਾਡੇ ਮੀਡੀਆ ਦੇ ਵਿੱਚ ਇਹ ਵੀ ਆਉਂਦਾ ਰਿਹਾ ਵੀ ਉਹਨਾਂ ਨੇ ਜਿਹੜੇ ਸੀ ਕਿਸੇ ਦੇ ਵਾਈਟ ਬੂਟਾਂ ਦੇ ਉੱਤੇ ਵੀ ਪਾਲਿਸ਼ ਕਰ ਦਿੱਤੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਇਹੋ ਜਿਹੀਆਂ ਗੱਲਾਂ ਵੀ ਨੋਟ ਹੁੰਦੀਆਂ ਰਹੀਆਂ। ਉਹ ਜਿਹੜੀਆਂ ਜਾਲੀ ਮਾਫੀਆਂ ਮੰਗੀਆਂ ਸੀ, ਫਿਰ ਦੇਖੋ ਕੈਸਾ ਹੋ ਜਾਂਦਾ ਬੰਦੇ ਦਾ ਕਰਮ। ਸੱਚ ਮਨੁੱਖ ਦੇ ਮੂੰਹੋਂ ਮਹਾਰਾਜ ਕਹਿੰਦੇ ਨੇ, ਜੋ ਜੀ ਹੋਏ ਸੋ ਗਵੈ ਮੂੰਹ ਕਾ ਕਿਹਾ ਬਾਓ। ਮਾਰੇ ਕਿਤੇ ਬੰਦਾ ਝੂਠ ਬੋਲਣ ਲੱਗਦਾ ਪਰ ਸੱਚੀ ਗੱਲ ਨਿਕਲ ਜਾਂਦੀ ਉਹਦੇ ਮੂੰਹ ਚੋਂ। ਆਪਾਂ ਆਪਣੀ ਜ਼ਿੰਦਗੀ ਦੈਨਿਕ ਜੀਵਨ ਦੇ ਵਿੱਚ ਵੀ ਦੇਖਦੇ ਹਾਂ। ਇਹਨਾਂ ਨੇ ਸਾਡੇ ਬਹੁਤ ਮਾਣਯੋਗ ਮੇਰੇ ਭੈਣਾਂ ਸਮਾਨ ਬੀਬਾ ਹਰਸਿਮਰਤ ਕੌਰ ਜੀ ਬਾਦਲ, ਉਹ ਦੇਖੋ ਕਿਵੇਂ ਲੋਕ ਨੂੰ ਰਾਮ ਖਿਲਾਉਣਾ ਜਾਣਾ ਵੀ ਪਰਮੇਸ਼ਰ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਖਿਲਾਉਣਾ ਜਾਣਦੇ ਨੇ। ਉੱਥੇ ਖੜ ਕੇ ਕਹਿੰਦੇ ਨੇ ਪ੍ਰਕਾਰਾਂ ਦੇ ਵਿੱਚ ਜਿਹਨੇ ਬੇਅਦਬੀ ਕਰਾਈ, ਜਿਹਨੇ ਬੇਅਦਬੀ ਤੇ ਰਾਜਨੀਤੀ ਕੀਤੀ, ਉਹਨਾਂ ਦਾ ਕੱਖ ਨਾ ਰਹੇ। ਤੇ ਗੁਰੂ ਰਾਮਦਾਸ ਮਹਾਰਾਜ ਹਰ ਸਮੇਂ ਸਿੱਖ ਦੀ ਅਰਦਾਸ ਸੁਣਦੇ ਆ। ਉਹਨਾਂ ਦੀ ਉਹ ਅਰਦਾਸ ਸੁਣੀ ਤੇ ਇਸ ਵੇਲੇ ਬਾਦਲ ਪਰਿਵਾਰ ਦਾ ਕੱਖ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੂੰ ਕੱਖ ਨਹੀਂ ਹੋਇਆ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਅਸੀਂ ਹੁਣ ਵੀ ਡਟ ਕੇ ਖੜੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਤੇ ਉਹਨਾਂ ਦਾ ਕੱਖ ਨਹੀਂ ਰਿਹਾ। ਇਹ ਜਿਹੜੀ ਝੂਠ ਦੀ ਰਾਜਨੀਤੀ ਕਰਦੇ ਸੀ, ਉਹਦੇ ਸਾਰੇ ਸਾਨੂੰ ਖਿਆਜੇ ਭੁਗਤਣੇ ਪੈ ਰਹੇ ਆ। ਮੈਂ ਸਿੰਘ ਸਾਹਿਬ ਦੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ, ਉਹਨੂੰ ਬਿਲਕੁਲ ਕੰਡੈਮ ਕਰਦਾ। ਉਹਨਾਂ ਨੂੰ ਇਹ ਕਦੀ ਐਸੇ ਬਿਆਨ ਨਹੀਂ ਦੇਣੇ ਚਾਹੀਦੇ ਸੀ। ਇਹਨਾਂ ਨੇ ਸਰਸੇ ਵਾਲੇ ਦੀ ਮਦਦ ਵੀ ਲਈ, ਉਹ ਵੀ ਇਹਨਾਂ ਦੀ ਚਲੀ ਗਈ। ਬਾਬਾ ਹਰਨਾਮ ਸਿੰਘ ਧੁੰਮੇ ਨੇ ਵੀ ਬਹੁਤ ਵੱਡੇ ਇਕੱਠ ਕੀਤੇ। ਉਹਨਾਂ ਨੇ ਲੋਕਾਂ ਤੋਂ ਕਿੰਨੀ ਤੂੰ ਕਰਵਾਈ ਆ। ਉਹ ਏਡੀ ਵੱਡੀ ਸੰਸਥਾ ਦੇ ਮਾਲਕ ਨੇ, ਜਿਹੜੀ ਪੰਥ ਦੀ ਸਰਮੌਰ ਸੰਸਥਾ, ਜਿਸ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ ਸੰਸਥਾ ਦੇ ਵਿੱਚ ਰਹਿ ਕੇ ਦਰਬਾਰ ਸਾਹਿਬ ਦੀ ਅਸਮਤ ਵਾਸਤੇ, ਦਰਬਾਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ ਹੈ। ਉਸ ਸੰਸਥਾ ਨੂੰ ਉਹ ਰੀਪ੍ਰੈਜ਼ੈਂਟ ਕਰਦੇ ਨੇ। ਉਹਨਾਂ ਨੇ ਵੀ, ਉਹਨਾਂ ਦੀ ਮੈਂ ਸਮਝਦਾ ਵੀ